शुक्र है तेरा, हमें ये दिन दिखाया है। खुदाया शुक्र है तेरा, हमें ये दिन दिखाया है। तेरे दर पे हम आए हैं और अपना सर झुकाया है। तेरे दर पे हम आए हैं और अपना सर झुकाया है। खुदाया शुक्र है तेरा, हमें ये दिन दिखाया है। खुदाया शुक्र है तेरा, हमें ये दिन दिखाया है। मेरी जो सरफराज़ी है वो तेरी मेहरबानी है। मेरी जो सरफराज़ी है वो तेरी मेहरबानी है। तेरे रुतबो करम का या रब किसने भेद पाया है। तेरे रुतबो करम का या रब किसने भेद पाया है। तेरे दर पे हम आए हैं और अपना सर झुकाया है। तेरे दर पे हम आए हैं और अपना सर झुकाया है। खुदाया शुक्र है तेरा, हमें ये दिन दिखाया है। खुदाया शुक्र है तेरा, हमें ये दिन दिखाया है। हमें ये दिन दिखाया है, हमें ये दिन दिखाया है। ਬਾਪ ਅਤੇ ਬੇਟੇ ਅਤੇ ਰੂਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਇੱਕ ਪੱਤਰਕਾਰ ਨੇ ਸੰਤ ਮਦਰ ਤਰੇਸੇ ਨੂੰ ਪੁੱਛਿਆ, ਮਦਰ ਜੀ ਇਹ ਸਭ ਕੁਝ ਕਰਨ ਲਈ, ਲੋਕਾਂ ਦੀ ਸੇਵਾ ਕਰਨ ਲਈ, ਲੋਕਾਂ ਦੀ ਮਦਦ ਕਰਨ ਲਈ, ਲੋਕਾਂ ਨੂੰ ਪਿਆਰ ਕਰਨ ਲਈ, ਇਹ ਸਭ ਕੁਝ ਕਰਨ ਲਈ ਤੁਹਾਨੂੰ ਇਹ ਤਾਕਤ शक्ति कितों मिलती है? मदर तेरेसा ने कहा, मैंने ये शक्ति, ये ताकत पवित्र यूकरिस्ट ਤੋਂ मिलती है। ਮਸੀਹ ਵਿੱਚ ਮੇਰੇ ਭਰਾਓ ਤੇ ਭੈਣੋ, ਜਦੋਂ ਵੀ ਅਸੀਂ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਂਦੇ ਹਾਂ, ਅਸੀਂ ਪਰਮੇਸ਼ਵਰ ਦੇ ਜਿੰਦਾ ਪ੍ਰਭੂ ਯਿਸੂ ਮਸੀਹ ਦੇ ਲਹੂ ਅਤੇ ਬਦਨ ਨੂੰ ਖਾਂਦੇ ਹਾਂ। ਉਹ ਸਾਨੂੰ ਆਪਣਾ ਬਦਨ ਖਾਣ ਲਈ ਅਤੇ ਆਪਣਾ ਲਹੂ ਪੀਣ ਲਈ ਦਿੰਦਾ ਹੈ। ਅਸੀਂ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜੇ ਰਹੀਏ ਅਤੇ ਹਮੇਸ਼ਾ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਰਹੀਏ। ਅੱਜ ਅਸੀਂ ਇਕੱਠੇ ਹੋਏ ਹਾਂ ਇਸ ਪਵਿੱਤਰ ਪਾਕ ਕੁਰਬਾਨੀ ਵਿੱਚ ਹਿੱਸਾ ਲੈਣ ਦੇ ਲਈ। ਆਓ ਅਸੀਂ ਇਸ ਪਾਕ ਕੁਰਬਾਨੀ ਦੀ ਮਹੱਤਵ ਨੂੰ ਜਾਣੀਏ, ਅਸੀਂ ਆਪਣੇ ਆਪ ਨੂੰ ਤਿਆਰ ਕਰੀਏ, ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਾਕ ਬਦਨ ਅਤੇ ਪਾਕ ਲਹੂ ਨੂੰ ਗ੍ਰਹਿਣ ਕਰਨ ਲਈ ਜਾ ਰਹੇ ਹਾਂ। ਆਓ ਅਸੀਂ ਆਪਣੇ ਗਲਤੀਆਂ ਨੂੰ, ਗੁਨਾਹਾਂ ਨੂੰ, ਪਾਪਾਂ ਨੂੰ याद करिए, कबूल करिए, उस महान परमेश्वर अगे प्रार्थना करिए कि प्रभु मेरे सारे गलतियां नो,
ਮੇਰੇ ਸਾਰੇ ਗੁਨਾਹ ਨੂੰ ਮਾਫ ਕਰ, क्षमा ਕਰ ਅਤੇ ਮੈਂ ਅੱਜ ਦੇ ਇਸ ਪਾਕ ਕੁਰਬਾਨੀ ਵਿੱਚ ਚੰਗੀ ਤਰ੍ਹਾਂ ਯੋਗਰੀ ਦੇ ਨਾਲ ਹਿੱਸਾ ਲੈ ਸਕਾਂ। ਪਛਤਾਵਾ ਅਤੇ ਤੋਬਾ ਕਰਦੇ ਹੋਏ ਆਓ ਅਸੀਂ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਸਰਵ ਸ਼ਕਤੀਮਾਨ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। ਆਮੀਨ। ਏ ਰੱਬਾ ਦਇਆ ਕਰ, ਐ ਰੱਬਾ ਦਇਆ ਕਰ, ਏ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਏ ਰੱਬਾ ਦਇਆ ਕਰ। ਐ ਰੱਬਾ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ ਸਾਡੇ ਬਾਪ, ਤੂੰ ਆਪਣੀ ਦਇਆ ਤੇ ਮਾਫੀ ਰਾਹੀਂ ਆਪਣੇ ਰੱਬੀ ਸੁਭਾਅ ਨੂੰ ਪ੍ਰਗਟ ਕਰਦਾ ਹੈ। ਆਪਣੇ ਪਿਆਰ ਭਰੇ ਵਰਦਾਨਾਂ ਰਾਹੀਂ ਤੂੰ ਸਾਨੂੰ ਭਰ ਦੇ ਅਤੇ ਆਪਣੇ ਸੁਗਰਾਜ ਵਿੱਚ ਵਾਅਦਾ ਕੀਤੇ ਗਏ ਸਦੀਵੀ ਜੀਵਨ ਦੀ ਖੁਸ਼ੀ ਦੇ ਭਾਗੀ ਹੋਣ ਲਈ ਸਾਨੂੰ ਹਮੇਸ਼ਾ ਤਿਆਰ ਰੱਖ। ਅਸੀਂ ਇਹ ਬੇਨਤੀ ਕਰਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਬੇਟੇ ਦੇ ਰਾਹੀਂ, ਜਿਹੜਾ ਤੇਰੇ ਨਾਲ ਰੂਪਾਕਸ਼ ਨੇ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ। ਅਯੂਬ ਨਬੀ ਦਾ ਗ੍ਰੰਥ, ਉਹਦਾ 1 ਬਾਬ 6 ਐਤ ਤੋਂ ਲੈ ਕੇ 22 ਐਤ ਤੱਕ। ਇਹ ਠਹਿਰਾਏ ਹੋਏ ਦਿਨ ਜਦੋਂ ਦੇਵੀ ਪੁੱਤਰ ਪ੍ਰਭੂ ਦੇ ਸਾਹਮਣੇ ਹਾਜ਼ਰ ਹੋਏ ਤਾਂ ਉਹਨਾਂ ਦੇ ਨਾਲ ਸ਼ੈਤਾਨ ਵੀ ਆਇਆ। ਉਸ ਸਮੇਂ ਪ੍ਰਭੂ ਨੇ ਸ਼ੈਤਾਨ ਨੂੰ ਪੁੱਛਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਉੱਤਰ ਦਿੱਤਾ, ਮੈਂ ਧਰਤੀ ਉੱਤੇ ਇੱਧਰ ਉੱਧਰ ਘੁੰਮ ਫਿਰ ਕੇ ਆ ਰਿਹਾ ਹਾਂ। ਪ੍ਰਭੂ ਨੇ ਉਸ ਤੋਂ ਪੁੱਛਿਆ, ਕੀ ਤੂੰ ਮੇਰੇ ਦਾਸ ਅਯੂਬ ਨੂੰ ਵੇਖਿਆ ਹੈ? ਉਸ ਵਰਗਾ ਧਰਤੀ ਉੱਤੇ ਕੋਈ ਦੂਜਾ ਮਨੁੱਖ ਨਹੀਂ ਹੈ। ਉਹ ਇੱਕ ਭਲਾ ਅਤੇ ਨਿਹਕਲੰਕ ਆਦਮੀ ਹੈ। ਉਹ ਪਰਮੇਸ਼ਰ ਦਾ ਡਰ ਰੱਖਦਾ ਹੈ ਅਤੇ ਬੁਰਾਈ ਤੋਂ ਹਰ ਸਮੇਂ ਦੂਰ ਰਹਿੰਦਾ ਹੈ। ਸ਼ੈਤਾਨ ਨੇ ਉੱਤਰ ਦਿੱਤਾ, ਅਯੂਬ ਮੁਫਤ ਵਿੱਚ ਹੀ ਤੇਰੇ ਤੋਂ ਡਰਦਾ ਨਹੀਂ। ਤੂੰ ਉਸ ਨੂੰ, ਉਸ ਦੇ ਟੱਬਰ ਨੂੰ, ਉਸ ਦੀ ਹਰ ਚੀਜ਼ ਨੂੰ ਹਰ ਪਾਸਿਓਂ ਸੁਰੱਖਿਅਤ ਰੱਖਿਆ ਹੈ। ਤੂੰ ਉਸ ਦੇ ਹੱਥਾਂ ਦੇ ਹਰ ਕੰਮ ਨੂੰ ਅਸੀਸ ਦਿੱਤੀ ਹੈ ਅਤੇ ਉਸ ਦੇ ਮਾਲ ਡੰਗਰ ਨੇ ਸਾਰਾ ਦੇਸ਼ ਭਰ ਦਿੱਤਾ ਹੈ। ਜੇਕਰ ਤੂੰ ਥੋੜ੍ਹੇ ਸਮੇਂ ਲਈ ਆਪਣੀ ਅਸੀਸ ਅਤੇ ਸੁਰੱਖਿਆ ਵਾਲਾ ਹੱਥ ਉਸ ਤੋਂ ਦੂਰ ਕਰ ਲਵੇਂ ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਾ ਕਰੇਗਾ। ਪ੍ਰਭੂ ਨੇ ਸ਼ੈਤਾਨ ਨੂੰ ਕਿਹਾ, ਠੀਕ ਹੈ, ਜੋ ਕੁਝ ਅਯੂਬ ਦਾ ਹੈ ਤੇਰੇ ਹੱਥ ਵਿੱਚ ਹੈ, ਪਰ ਤੂੰ ਉਸ ਨੂੰ ਕੁਝ ਨਹੀਂ ਕਹੇਂਗਾ। ਤਦ ਸ਼ੈਤਾਨ ਪ੍ਰਭੂ ਦੇ ਸਾਹਮਣਿਓਂ ਚਲਾ ਗਿਆ। ਇੱਕ ਦਿਨ ਅਯੂਬ ਦੇ ਪੁੱਤਰ ਅਤੇ ਪੁੱਤਰੀਆਂ ਆਪਣੇ ਵੱਡੇ ਭਰਾ ਦੇ ਘਰ ਖਾ ਪੀ ਰਹੇ ਸਨ। ਉਸ ਸਮੇਂ ਇੱਕ ਨੌਕਰ ਦੌੜਦਾ ਹੋਇਆ ਆਇਆ ਅਤੇ ਬੋਲਿਆ, ਮਾਲਕ, ਅਸੀਂ ਸਭ ਬਲਦਾਂ ਦੇ ਪਿੱਛੇ ਪਿੱਛੇ ਹਲ ਵਾਹ ਰਹੇ ਸਾਂ ਅਤੇ ਗਧੀਆਂ ਸਾਡੇ ਨਾਲ ਹੀ ਚੱਲ ਰਹੀਆਂ ਸਨ ਕਿ ਸਭਾ ਕਬੀਲੇ ਦੇ ਲੋਕਾਂ ਨੇ ਅਚਾਨਕ ਸਾਡੇ ਉੱਤੇ ਹੱਲਾ ਬੋਲ ਦਿੱਤਾ ਅਤੇ ਸਭ ਕੁਝ ਲੁੱਟ ਕੇ ਲੈ ਗਏ। ਉਹਨਾਂ ਨੇ ਤੁਹਾਡੇ ਸਭ ਨੌਕਰਾਂ ਨੂੰ ਕਤਲ ਕਰ ਦਿੱਤਾ ਹੈ, ਸਿਵਾਏ ਮੇਰੇ ਇਕੱਲੇ ਦੇ ਜੋ ਬਚ ਕੇ ਨੱਠ ਆਇਆ ਹਾਂ। ਅਜੇ ਉਹ ਨੌਕਰ ਆਪਣੀ ਗੱਲ ਕਹਿ ਰਿਹਾ ਸੀ ਕਿ ਇੱਕ ਦੂਜਾ ਨੌਕਰ ਉੱਥੇ ਆਇਆ ਅਤੇ ਬੋਲਿਆ, ਮਾਲਕ, ਆਕਾਸ਼ ਤੋਂ ਅੱਗ ਡਿੱਗੀ ਅਤੇ ਉਸਨੇ ਸਭ ਭੇਡਾਂ ਅਤੇ ਚਰਵਾਹਿਆਂ ਨੂੰ ਸਾੜ ਕੇ ਭਸਮ ਕਰ ਦਿੱਤਾ। ਕੇਵਲ ਮੈਂ ਇਕੱਲਾ ਹੀ ਬਚ ਕੇ ਤੁਹਾਡੇ ਕੋਲ ਆਇਆ ਹਾਂ। ਇਹ ਦੂਜਾ ਨੌਕਰ ਅਜੇ ਆਪਣੀ ਗੱਲ ਖਤਮ ਹੀ ਕਰ ਰਿਹਾ ਸੀ ਕਿ ਇੱਕ ਨੌਕਰ ਉੱਥੇ ਆਇਆ ਅਤੇ ਬੋਲਿਆ, ਮਾਲਕ,
ਕਸਦੀ ਲੋਕਾਂ ਨੇ 3 ਦਲਾਂ ਵਿੱਚ ਆ ਕੇ ਸਾਡੇ ਉੱਤੇ ਹੱਲਾ ਬੋਲਿਆ ਅਤੇ ਉਹ ਸਭ ਊਂਠਾਂ ਨੂੰ ਖੋਹ ਕੇ ਲੈ ਗਏ ਹਨ। ਉਹਨਾਂ ਨੇ ਤੁਹਾਡੇ ਸਭ ਨੌਕਰਾਂ ਨੂੰ ਕਤਲ ਕਰ ਦਿੱਤਾ ਹੈ। ਕੇਵਲ ਮੈਂ ਇਕੱਲਾ ਹੀ ਬਚ ਕੇ ਤੁਹਾਡੇ ਕੋਲ ਆਇਆ ਹਾਂ। ਤੀਜਾ ਨੌਕਰ ਵੀ ਅਜੇ ਆਪਣੀ ਗੱਲ ਖਤਮ ਕਰ ਹੀ ਰਿਹਾ ਸੀ ਕਿ ਇੱਕ ਹੋਰ ਨੌਕਰ ਉੱਥੇ ਆਇਆ ਅਤੇ ਬੋਲਿਆ, ਮਾਲਕ, ਤੁਹਾਡੇ ਸਭ ਪੁੱਤਰ ਅਤੇ ਪੁੱਤਰੀਆਂ ਆਪਣੇ ਵੱਡੇ ਭਰਾ ਦੇ ਘਰ ਖਾ ਪੀ ਰਹੇ ਸਨ ਕਿ ਇੱਕ ਵੱਡੀ ਹਨੇਰੀ ਉਜਾੜ ਵਿੱਚੋਂ ਆਈ ਅਤੇ ਉਸਨੇ ਘਰ ਦੇ ਚਾਰੇ ਪਾਸੇ ਟੱਕਰ ਮਾਰੀ, ਜੋ ਤੁਰੰਤ ਡਿੱਗ ਪਿਆ ਅਤੇ ਤੁਹਾਡੀ ਸਾਰੀ ਸੰਤਾਨ ਤੁਹਾਡੇ ਨੌਕਰਾਂ ਸਮੇਤ ਘਰ ਦੇ ਮਲਬੇ ਹੇਠ ਆ ਕੇ ਮਰ ਗਈ ਹੈ। ਕੇਵਲ ਮੈਂ ਇਕੱਲਾ ਹੀ ਬਚ ਕੇ ਤੁਹਾਡੇ ਕੋਲ ਆਇਆ ਹਾਂ। ਇਹ ਸਭ ਸੁਣ ਕੇ ਅਯੂਬ ਅਤੀ ਦੁਖੀ ਹਾਲਤ ਵਿੱਚ ਉੱਠਿਆ ਅਤੇ ਉਸਨੇ ਆਪਣੇ ਕੱਪੜੇ ਪਾੜ ਸੁੱਟੇ, ਆਪਣਾ ਸਿਰ ਮਨਾਇਆ ਅਤੇ ਉਸਨੇ ਧਰਤੀ ਉੱਤੇ ਮੁੱਦੇ ਮੂੰਹ ਲੰਮੇ ਪੈ ਕੇ ਪਰਮੇਸ਼ਰ ਦੀ ਉਪਾਸਨਾ ਕੀਤੀ। ਉਸਨੇ ਕਿਹਾ, ਮੈਂ ਨੰਗੇ ਹੀ ਆਪਣੀ ਮਾਂ ਦੀ ਕੁੱਖ ਵਿੱਚੋਂ ਜਨਮ ਲਿਆ ਸੀ ਅਤੇ ਹੁਣ ਨੰਗੇ ਹੀ ਇਸ ਧਰਤੀ ਤੋਂ ਕੂਚ ਕਰ ਜਾਵਾਂਗਾ। ਇਹ ਸਭ ਪ੍ਰਭੂ ਦਾ ਹੀ ਦਿੱਤਾ ਸੀ ਅਤੇ ਹੁਣੇ ਉਸੇ ਨੇ ਸਭ ਕੁਝ ਵਾਪਸ ਵੀ ਲੈ ਲਿਆ ਹੈ। ਉਸ ਦਾ ਨਾਂ ਧੰਨ। ਸੋ ਇਹਨਾਂ ਸਭ ਬਿਪਤਾਵਾਂ ਦੇ ਹੋਣ 'ਤੇ ਅਯੂਬ ਨੇ ਫਿਰ ਵੀ ਪਰਮੇਸ਼ਰ ਦੀ ਨਿੰਦਾ ਕਰਕੇ ਉਸ ਦੇ ਵਿਰੁੱਧ ਪਾਪ ਨਾ ਕੀਤਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਜਾਨ ਨੂੰ ਆਪ ਖੁਦਾਵੰਦ ਜੀਵਨ ਹੈ ਨਵਾਂ ਦੇਂਦਾ। ਮੇਰੀ ਜਾਨ ਨੂੰ ਆਪ ਖੁਦਾਵੰਦ ਜੀਵਨ ਹੈ ਨਵਾਂ ਦੇਂਦਾ। See
मैं सुनाऊं सदा तेरी हम दो सना मैं गाऊं सदा, तेरी अंजील को मैं सुनाऊं सदा। तू ही मेरा खुदा, ना हो मुझसे जुदा, तेरे वचनों से शिफा मैं पाऊं सदा। हालेलुया 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 हालेलुया। ਰੱਬ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਰੱਬਾ। ਇੱਕ ਦਿਨ ਚੇਲਿਆਂ ਵਿੱਚ ਇਹ ਬਹਿਸ ਛਿੜ ਪਈ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ। ਯਿਸੂ ਨੇ ਉਹਨਾਂ ਦੇ ਮਨਾਂ ਦੇ ਇਹ ਵਿਚਾਰ ਜਾਣ ਕੇ ਇੱਕ ਬਾਲਕ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜਾ ਕਰਕੇ ਕਿਹਾ, ਜੋ ਕੋਈ ਮੇਰੇ ਨਾਮ ਉਤੇ ਇਸ ਬਾਲਕ ਦਾ ਸਵਾਗਤ ਕਰਦਾ ਹੈ ਉਹ ਮੇਰਾ ਸਵਾਗਤ ਕਰਦਾ ਹੈ, ਅਤੇ ਜੋ ਮੇਰਾ ਸਵਾਗਤ ਕਰਤਾ ਹੈ ਉਹ ਮੇਰੇ ਕੱਲਣ ਵਾਲੇ ਦਾ ਸਵਾਗਤ ਕਰਤਾ ਹੈ। ਜੋ ਸਾਰਿਆਂ ਤੋਂ ਛੋਟਾ ਹੈ ਉਹੀ ਸਾਰਿਆਂ ਤੋਂ ਵੱਡਾ ਹੈ। ਇਹ ਜਿੰਦਾ ਪ੍ਰਭੂ ਯਿਸੂ ਮਸੀਹ ਦੀ ਪਾਕ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਹਾਲੇਲੂਇਆ 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 ਹਾਲੇਲੂਇਆ। ਹਾਲੇਲੂਇਆ। ਪਿਤਾ ਪਰਮੇਸ਼ਰ ਦੀ ਵਡਿਆਈ ਹੋਵੇ, ਪਿਤਾ ਪਰਮੇਸ਼ਰ ਦੀ ਵਡਿਆਈ ਹੋਵੇ, ਪਿਤਾ ਪਰਮੇਸ਼ਰ ਦੀ ਆਰਾਧਨਾ ਹੋਵੇ, ਪਿਤਾ ਪਰਮੇਸ਼ਰ ਦੀ ਆਰਾਧਨਾ ਹੋਵੇ, ਪਿਤਾ ਪਰਮੇਸ਼ਰ ਦੀ ਸਤੁਤੀ ਹੋਵੇ। ਪਿਤਾ ਪਰਮੇਸ਼ਰ ਦੀ ਸਤੁਤੀ ਹੋਵੇ। ਹਾਲੇਲੂਇਆ 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 ਹਾਲੇਲੂਇਆ। ਜੋ ਸਾਰਿਆਂ ਤੋਂ ਛੋਟਾ ਹੈ ਵਹੀ ਸਾਰਿਆਂ ਤੋਂ ਵੱਡਾ ਹੈ। ਜੋ ਸਾਰਿਆਂ ਤੋਂ ਛੋਟਾ ਹੈ ਵਹੀ ਸਾਰਿਆਂ ਤੋਂ ਵੱਡਾ ਹੈ। ਮਸੀਹ ਵਿੱਚ ਮੇਰੇ ਭਰਾਓ ਤੇ ਭੈਣੋ ਅਤੇ ਬੱਚਿਓ, ਇੱਕ ਵਾਰ ਕੁਝ ਲੋਕ ਇੱਕ ਕਿਸ਼ਤੀ ਵਿੱਚ ਬੈਠ ਕੇ ਸਵਾਰ ਹੋ ਰਹੇ ਸਨ। ਉਹਨਾਂ ਨੇ ਨਦੀ ਦਰਿਆ ਪਾਰ ਕਰਨਾ ਸੀ। ਉਸ ਕਿਸ਼ਤੀ ਵਿੱਚ ਬਹੁਤ ਸਾਰੇ ਲੋਕ ਸਨ ਅਤੇ ਉਹਨਾਂ ਦੇ ਵਿੱਚ ਇੱਕ ਇਹੋ ਜਿਹਾ ਇਨਸਾਨ ਸੀ, ਬੰਦਾ ਸੀ, ਉਹ ਆਪਣੇ ਆਪ ਨੂੰ ਵੱਡਾ ਸਮਝਦਾ ਸੀ। ਉਹਨੇ ਵੇਖਿਆ ਜਿਹੜੇ ਲੋਕ ਉਹਦੇ ਆਲੇ ਦੁਆਲੇ ਬੈਠੇ ਨੇ ਉਹ ਸਾਰੇ ਅਨਪੜ੍ਹ ਨੇ, ਉਹਨਾਂ ਦੇ ਵਿੱਚ ਕੋਈ ਗਿਆਨ ਨਹੀਂ ਹੈ। ਇਸ ਬੰਦੇ ਨੇ ਉਹਨਾਂ ਨੂੰ ਪੁੱਛਿਆ, ਤੁਹਾਨੂੰ ਪਤਾ ਹੈ ਮੈਂ ਕੌਣ ਹਾਂ? ਮੇਰੇ ਕੋਲ ਆਕਸਫੋਰਡ ਤੋਂ ਡਾਕਟਰੇਟ ਹੈਗਾ, ਮੈਂ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਹਾਂ, ਆਦਮੀ ਹਾਂ। ਕਿ ਤੁਹਾਡੇ ਵਿੱਚੋਂ ਕਿਸੇ ਨੇ ਕਦੀ ਇੰਡੀਅਨ ਫਿਲਾਸਫੀ ਪੜ੍ਹਿਆ, ਕਦੀ ਵੈਸਟਰਨ ਫਿਲਾਸਫੀ ਪੜ੍ਹਿਆ? ਲੋਕਾਂ ਨੇ ਕਿਹਾ ਨਹੀਂ, ਅਸੀਂ ਕਦੀ ਨਾ ਇੰਡੀਅਨ ਫਿਲਾਸਫੀ ਪੜ੍ਹਿਆ ਨਾ ਕਦੀ ਵੈਸਟਰਨ ਫਿਲਾਸਫੀ ਪੜ੍ਹਿਆ। ਪਰ ਇਸ ਬੰਦੇ ਨੇ ਕਿਹਾ ਮੈਂ ਪੜ੍ਹਾ ਲਿਖਾ ਇਨਸਾਨ ਹਾਂ, ਮੇਰੇ ਵਿੱਚ ਬਹੁਤ ਗਿਆਨ ਹੈ। ਉसी ਵਕਤ ਅਚਾਨਕ ਉੱਤੇ ਤੂਫਾਨ, ਮੀਂਹ, ਹਨੇਰੀ ਆਏ ਅਤੇ ਕਿਸ਼ਤੀ ਡੁੱਬ ਗਈ। ਜਦੋਂ ਕਿਸ਼ਤੀ ਡੁੱਬ ਰਹੀ ਸੀ, ਕਿਸੇ ਨੇ ਉਸ ਬੰਦੇ ਨੂੰ ਪੁੱਛਿਆ, ਭਾਜੀ ਤੁਹਾਨੂੰ ਤੈਰਨਾ ਆਉਂਦਾ ਹੈ? ਉਸਨੇ ਕਿਹਾ ਨਹੀਂ, ਮੈਨੂੰ ਤੈਰਨਾ ਨਹੀਂ ਆਉਂਦਾ। ਮਸੀਹ ਵਿੱਚ ਮੇਰੇ ਭਰਾਓ ਤੇ ਭੈਣੋ, ਉਹਦੇ ਕੋਲ ਸੰਸਾਰ ਦੇ ਸਾਰੇ ਗਿਆਨ ਸੀ, ਪਰ ਦੇਖੋ ਮੌਕੇ ਤੇ ਕੀ ਹੋਇਆ, ਉਹਨੂੰ ਤੈਰਨਾ ਨਹੀਂ ਆਇਆ।
ਉਹਦੇ ਵਿੱਚ ਸੰਸਾਰ ਦੇ ਸਾਰੇ ਗਿਆਨ ਸੀ, ਆਪਣੇ ਆਪ ਨੂੰ ਵੱਡਾ ਸਮਝ ਰਿਹਾ ਸੀ, ਦੂਜਿਆਂ ਨੂੰ ਛੋਟਾ ਸਮਝਦਾ ਸੀ। ਉਸੇ ਵਕਤ ਪਰਮੇਸ਼ਵਰ ਨੇ ਇਹੋ ਜਿਹਾ ਤੂਫਾਨ ਆਂधी ਭੇਜਿਆ ਅਤੇ ਉਸ ਬੰਦੇ ਨੂੰ ਉਸ ਵਕਤ ਪਤਾ ਲੱਗਿਆ ਕਿ ਮੈਨੂੰ ਤੈਰਨਾ ਨਹੀਂ ਆਉਂਦਾ। ਅੱਜ ਦੇ ਅੰਜੀਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੋ ਸਾਰਿਆਂ ਤੋਂ ਛੋਟਾ ਹੈ ਵਹੀ ਸਾਰਿਆਂ ਤੋਂ ਵੱਡਾ ਹੈ। ਮਸੀਹ ਵਿੱਚ ਮੇਰੇ ਭਰਾਓ ਤੇ ਭੈਣੋ, ਕਿਉਂ ਹੈ ਇਹ ਘਮੰਡ? ਇਹ ਘਮੰਡ ਕੀ ਚੀਜ਼ ਹੈ? ਅਸੀਂ ਕਿਉਂ ਘਮੰਡ ਕਰਦੇ ਹਾਂ? ਅਸੀਂ ਕਿਉਂ ਹੰਕਾਰੀ ਬਣ ਜਾਂਦੇ ਹਾਂ? ਸਾਡੇ ਕੋਲ ਕੀ ਹੈ? ਅਜੇ ਪਹਿਲੇ ਪਾਠ ਦੇ ਸੁਣਿਆ, ਅਯੂਬ ਨੇ ਆਖਿਆ, ਮੈਂ ਆਪਣੇ ਮਾਂ ਦੇ ਕੁੱਖ ਵਿੱਚੋਂ ਨੰਗਾ ਹੀ ਸੰਸਾਰ ਵਿੱਚ ਆਇਆ ਅਤੇ ਹੁਣ ਮੈਂ ਨੰਗਾ ਹੀ ਇਸ ਸੰਸਾਰ ਵਿੱਚੋਂ ਚਲੇ ਜਾਵਾਂਗਾ। ਮੈਂ ਕੁਝ ਲੈ ਕੇ ਨਹੀਂ ਆਇਆ ਅਤੇ ਹੁਣ ਮੈਂ ਕੁਝ ਲੈ ਕੇ ਨਹੀਂ ਜਾਵਾਂਗਾ। ਧੰਨ ਹੈ ਰੱਬ ਦਾ ਨਾਮ, ਧੰਨ ਹੈ ਈਸ਼ਵਰ ਦਾ ਨਾਮ। ਉਹਦੇ ਸਭ ਕੁਝ ਨਾਸਟ ਹੋ ਗਿਆ, ਸਭ ਕੁਝ ਬਰਬਾਦ ਹੋ ਗਿਆ। ਉਹਦੇ 10 ਬੱਚੇ, ਮਾਲ ਡੰਗਰ ਸਭ ਕੁਝ ਬਰਬਾਦ ਹੋ ਗਿਆ। ਫਿਰ ਵੀ ਅਯੂਬ ਨੇ ਆਪਣੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਕੱਢਿਆ। ਉਹਨੇ ਕਿਹਾ, ਮੈਂ ਨੰਗਾ ਹੀ ਸੰਸਾਰ ਵਿੱਚ ਆਇਆ ਅਤੇ ਹੁਣ ਮੈਂ ਇਸ ਸੰਸਾਰ ਨੂੰ ਵਿਦਾ ਕੇ ਜਾਵਾਂਗਾ, ਮੈਂ ਕੁਝ ਲੈ ਕੇ ਨਹੀਂ ਜਾਵਾਂਗਾ। ਔਰ ਇਹ ਸੱਚਾਈ ਹੈ। ਅਸੀਂ ਵੇਖਦੇ ਹਾਂ ਕਬਰਸਤਾਨਾਂ ਉੱਤੇ, ਇਹ ਸ਼ਮਸ਼ਾਨ ਘਾਟ ਉੱਤੇ ਇਹ ਲਿਖਿਆ ਹੁੰਦਾ ਹੈ, ਇੱਥੇ ਸਾਰੇ ਬਰਾਬਰ ਨੇ, ਇੱਥੇ ਸਾਰੇ ਬਰਾਬਰ ਨੇ। ਜਦੋਂ ਅਲੈਗਜ਼ੈਂਡਰ ਬਾਦਸ਼ਾਹ ਦਾ ਮੌਤ ਹੋਇਆ, ਅਲੈਗਜ਼ੈਂਡਰ ਨੇ ਵੀ ਸੋਚਿਆ, ਇਹ ਸੰਸਾਰ, ਇਹ ਦੁਨੀਆ ਮੇਰੇ ਲਈ ਬਹੁਤ ਹੀ ਛੋਟੀ ਹੈ। ਉਹਨੇ ਸੰਸਾਰ ਤੇ ਕਾਬੂ ਕਰਨ ਲਈ ਕੋਸ਼ਿਸ਼ ਕੀਤਾ, ਪਰ ਜਦੋਂ ਮਰ ਗਿਆ, ਇੱਕ ਬੰਦੇ ਨੇ ਕਿਹਾ, ਇਹ ਦੇਖੋ ਬਾਦਸ਼ਾਹ ਅਲੈਗਜ਼ੈਂਡਰ, ਜਦੋਂ ਜਿਉਂਦਾ ਸੀ ਸਾਰਾ ਸੰਸਾਰ ਦੇ ਲਈ ਬਹੁਤ ਹੀ ਛੋਟੀ ਸੀ, ਪਰ ਇਹ ਜਦੋਂ ਹੁਣ ਮਰ ਗਿਆ, ਇਹਦੇ ਲਈ 6 ਫੁੱਟ ਮਿੱਟੀ ਹੀ ਕਾਫੀ ਹੈ। ਜਿਉਂਦਾ ਸੀ ਲੋਕ ਉਹਦੇ ਸਾਹਮਣੇ ਸਿਰ ਝੁਕਦੇ ਸਨ, ਘੁਟਨਾ ਟੇਕਦੇ ਸਨ। ਅੱਜ ਵੇਖੋ ਇਹਦਾ ਕੀ ਹਾਲ ਹੈ, ਅੱਜ ਵੇਖੋ ਇਹਦਾ ਕੀ ਹਾਲ ਹੈ। ਇਹ ਇਨਸਾਨ ਨੇ ਆਪਣੇ ਆਪ ਵਿੱਚ ਕੀ ਕੀਤਾ? ਘਮੰਡ ਕੀਤਾ, ਮੇਰੇ ਕੋਲ ਸਭ ਕੁਝ ਹੈ, ਮੈਂ ਦੁਨੀਆ ਤੇ ਰਾਜ ਕਰਾਂਗਾ, ਇਹ ਦੁਨੀਆ ਨੂੰ ਕਾਬੂ ਕਰਾਂਗਾ। ਪਰ ਦੇਖੋ ਉਹ ਇਨਸਾਨ ਚਲਾ ਗਿਆ, ਆਪਣੇ ਨਾਲ ਕੁਝ ਲੈ ਕੇ ਨਹੀਂ ਗਿਆ ਹੈ। ਇਸ ਲਈ ਮਨੁੱਖ, ਤੂੰ ਮਿੱਟੀ ਹੈ ਤੇ ਮਿੱਟੀ ਵਿੱਚ ਮਿਲ ਜਾਵੇਗਾ, ਤੂੰ ਕਿਉਂ ਘਮੰਡ ਕਰਤਾ ਹੈ? ਘਮੰਡ ਇਨਸਾਨ ਦਾ ਨਾਸ਼ ਕਰਤਾ ਹੈ। ਕਹਾਵਤਾਂ ਦਾ ਪੁਸਤਕ ਉਸ ਦਾ 16 ਬਾਬ 18 ਆਇਤ ਵਿੱਚ ਲਿਖਿਆ ਹੈ, ਹੰਕਾਰੀ ਜਾਂ ਘਮੰਡੀ ਦਾ ਅੰਤ ਕੀ ਹੈ? ਨਾਸ਼ ਹੈ। ਘਮੰਡੀ ਹੰਕਾਰੀ ਦਾ ਅੰਤ ਕੀ ਹੈ? ਨਾਸ਼ ਹੈ। ਜਿਹੜੇ ਇਨਸਾਨ ਵਿੱਚ ਘਮੰਡ ਹੈ, ਹੰਕਾਰ ਹੈ, ਅਕੜ ਹੈ, ਉਹਦਾ ਨਾਸ਼ ਪੱਕਾ ਹੈ, ਉਹਦਾ ਨਾਸ਼ ਜ਼ਰੂਰ ਹੋਵੇਗਾ। ਪਰ ਅਸੀਂ ਕਿਉਂ ਘਮੰਡ ਕਰਦੇ ਹਾਂ? ਅੱਜ ਸਾਡੇ ਕੋਲ ਕੀ ਹੈ ਘਮੰਡ ਕਰਨ ਲਈ? ਘਮੰਡ ਦਾ ਮਤਲਬ ਕੀ ਹੈ? घमंड का मतलब ये है, तो इंसान ये सोचता है मैं ही सब कुछ हाँ और बाकी सारे कुछ भी नहीं है। मैं ही सब कुछ हाँ, बाकी सारे कुछ भी नहीं है। दूजा ने कुछ नहीं समझना, मैं सब कुछ हाँ, मैं। और ये मैं ही इंसान का नाश करता है, इंसान का सर्वनाश करता है। ये मैं घमंड हमेशा इंसान का सर्वनाश करता है, बर्बाद करता है। फरिश्ते उन्होंने काम से परमेश्वर की वडियाई करना, आराधना करना। उन्होंने की हो गया? जो चानन का फरिश्ता सी वो परमेश्वर वांग बनना चाहता, उधर घमंड आ गया सी, मैं परमेश्वर वांग बनाऊंगा। मैं क्यों परमेश्वर की आराधना करना है, क्यों धन्यवाद देना है, स्तुति करना है, मैं परमेश्वर वांग बनाऊंगा। फिर क्या हो गया? उस घमंड ने उदा नाश किया। स्वर्ग विच फरिश्ते सारे खुश सन, पर जदों उस फरिश्ते विच छान दा फरिश्ते विच ये घमंड आया, हंकार आया, क्या हो गया? उन्होंने स्वर्ग तो बागर खड़ दिता गया। उदले स्वर्ग में कोई था जगह नहीं मिली, उन्हें स्वर्ग तो धरती ते सुट दिता गया।
ਅਸੀਂ ਪੜ੍ਹਦੇ ਹਾਂ ਪ੍ਰਕਾਸ਼ ਦੀ ਪੋਥੀ ਉਸ ਦਾ 12 ਬਾਬ 7 ਆਇਤ ਵਿੱਚ ਲਿਖਿਆ ਹੈ, ਸਾਰੇ ਦੂਤਾਂ ਨੂੰ ਧਰਤੀ ਤੇ ਸੁੱਟ ਦਿੱਤਾ ਗਿਆ ਕਿਉਂਕਿ ਉਹ ਸਾਰੇ ਪਰਮੇਸ਼ਰ ਦੇ ਵਾਂਗ ਬਣਨਾ ਚਾਹੁੰਦੇ ਸਨ। ਉਹਨਾਂ 'ਚ ਘਮੰਡ ਆ ਗਿਆ ਸੀ, ਮੈਂ ਕਿਉਂ ਉਸ ਈਸ਼ਵਰ ਦਾ स्तुति करा, आराधना करा, घमंड आ गया, मैं ही सब कुछ हाँ, परमेश्वर बड़ा मैं हाँ, मेरे को परमेश्वर की आराधना करना है, मैं सब कुछ हाँ। साढ़े आदि माँ बाप आदम अते हवा उन्हां दे विच भी ये सोच आ गया सी, जदों सब ने शैतान उन्होंने भड़काया, जो तुसी उस फल खाओगे तुसी परमेश्वर वांग बन जाओगे, चंगे ते भले ते बुरे दा पहचान तुसी कर पाओगे। असी पढ़ते हम उत्पत्ति पुस्तक उसका 3 बाब 5 आयत विच वो परमेश्वर वांग बनना चाहते सन। उन्होंने परमेश्वर उस हुक्म नूं तोड़ दिता, नतीजा की होया, उन्होंने उस भाग तो बाहर कट दिता गया। मसीह विच मेरे प्राप्त भैनों, असी क्यों घमंड करिए? सानू पता है घमंड सारा नाश करेगा, सर्वनाश करेगा, फिर भी असी सोचते हाँ मैं सब कुछ हाँ, मेरे सिवाय मेरे ला कोई संसार विच नहीं है। परमेश्वर जो वरदान सानू दिता है उस वरदान का सही ढंग नाल सानू की करना है, उपयोग करो, वर्ताव करो, ना कि अपने लिए ही सगो दूजियां दे लिए। ये ना सोचो मैं चंगी तरह गा सकता हाँ या गा सकते हाँ, मैं चंगी तरह प्रचार कर सकता हाँ, प्रचार कर सकते हाँ, मैं चंगी तरह सब कुछ मैनेज कर सकता हाँ। जो करना है दूजियां वास्ते करो। कद ये ना सोचो मेरे विच ये सारे टैलेंट्स ने, मेरे विच बहुत सारे वरदान हैं, बहुत सारे शक्तियाँ हैं, मैं सब कुछ कर सकता हाँ, कदी नहीं सोचो। लेकिन जो तुम सोचते हो उसी दूजियां दे लिए सोचो, दूजियां दे भलाई दे लिए सोचो, सिर्फ अपने आप के बारे तुसी ना सोचो। प्रभु यीशु मसीह संत मत्ती दी अंजिल उसका 5 बाब 5 आयत विच कहते ने, तन वो लोग हन जेड़े दीन हन वो आशीष प्राप्त करनगे। असी तद आशीष प्राप्त करांगे जैसे अपने आप नू दीन समझांगे, जैसे अपने आप नू छोटा समझांगे, जैसे अपने आप नू वड्डा समझांगे, सानू की नहीं मिलेगी, बरकत नहीं मिलेगी, आशीष नहीं मिलेगी। प्रभु कहता है धन हन वो लोग जेड़े अपने आप नू दीन समझते हन। असी पढ़ते हम संत पौलुस फिलिपियां नूं पत्र उदा 3 बाब 6 आयत विच असी पढ़ते हम, प्रभु यीशु मसीह परमेश्वर दे बराबर सी अपने आप नू नीवा कीता, छोटा बनाया अते एक दास के रूप धारण करके इस संसार विच आया। अपने आप को दीन समझ के, अपना छोटा बना के, नम्र बना के वो संसार विच आए। मसीह विच मेरे प्राप्त बनो, साढ़े लिए प्रभु यीशु मसीह उदाहरण है नम्र बनन दा, अपने आप को छोटा समझन दा। मां मरियम परमेश्वर की उस्तत करते हुए कहती है, उसने घमंडियां दियां चालां नूं निसफल कीता है, उसने शक्तिशालियां नूं गद्दियां तो लाया अते दीनां नूं ऊंचा कीता है। उसने शक्तिशालियां नूं तितर बितर कीता है, पर जड़े नीवे ने जड़े दीन है उन्होंने परमेश्वर ने ऊंचा कीता है। हालेलुया, 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 हालेलुया। परमेश्वर उन्हां लोकां उत्ते दया करता है, रहम करता है जड़े लोग अपने आप नूं छोटा समझते ने। जो लोग अपने आप को छोटा समझते हैं, परमेश्वर उन्होंने दया करता है, रहम करता है। अते जो लोग अपने आप को वड्डा समझते ने, घमंड नूं जगह देंदे ने, परमेश्वर उन्होंने नाश करेगा, उन्होंने तितर बितर करेगा परमेश्वर। संत पतरस का पहला पत्र उसका 5 बाब 5 आयत विच लिखा है कि परमेश्वर घमंडियां दा नाश करता है, दीन अते जिहड़े लोग अपने आप को नीवा समझते हैं उन्हां उत्ते आशीष बरसता है, उन्होंने बरकत दिंदा है। जो लोग अपने आप को वड्डा समझते हैं उन्होंने नाश कर दिंदा है, अते जो लोग अपने आप छोटा समझते हैं उन्होंने आशीष दिंदा है। हालेलुया, 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 हालेलुया। आज क्यों प्रभु यीशु मसीह अपने चेलियां नूं ये कहंदे नहीं
ਕਿ ਤੁਸੀਂ ਬਾਲਕ ਦੇ ਵਾਂਗ ਬਣੋ। ਕਿਉਂ ਕਿ ਅਸੀਂ ਵੇਖਦੇ ਹਾਂ ਬੱਚਿਆਂ ਨੂੰ, ਬੱਚੇ ਬਹੁਤ ਹੀ ਕੋਮਲ ਹੁੰਦੇ ਨੇ, ਬੱਚੇ ਬਹੁਤ ਹੀ ਪਾਕ ਪਵਿੱਤਰ ਹੁੰਦੇ ਨੇ, ਉਹਨਾਂ 'ਚ ਕੋਈ ਕਲੰਕ ਨਹੀਂ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ ਹੈ। ਤਾਂ ਪ੍ਰਭੂ ਨੇ ਕਿਹਾ ਆਪਣੇ ਚੇਲਿਆਂ ਨੂੰ, ਤੁਸੀਂ ਕਿਉਂ ਇਹ ਬਹਿਸ ਵਿੱਚ ਤੁਸੀਂ ਲੱਗੇ ਹੋ, ਤੁਸੀਂ ਇਸ ਬਾਲਕ ਦੇ ਵਾਂਗ ਬਣੋ। ਜਿਸ ਤਰ੍ਹਾਂ ਬਾਲਕ ਹੈ, ਇਹ ਨਿਰਦੋਸ਼ ਹੈ, ਇਹ ਨਿਸ਼ਕਲੰਕ ਹੈ, ਇਹ ਪਾਕ ਹੈ, ਪਵਿੱਤਰ ਹੈ, ਤੁਸੀਂ ਵੀ ਬਾਲਕ ਦੇ ਵਾਂਗ ਬਣੋ। ਅਤੇ ਜਦ ਤੁਸੀਂ ਬਾਲਕ ਦੇ ਵਾਂਗ ਬਣੋਗੇ ਤਾਂ ਹੀ ਤੁਸੀਂ ਸੁਰਗਰਾਜ ਵਿੱਚ ਦਾਖਲ ਹੋ ਸਕਦੇ ਹੋ, ਨਹੀਂ ਤਾਂ ਤੁਸੀਂ ਸੁਰਗਰਾਜ ਵਿੱਚ ਦਾਖਲ ਨਹੀਂ ਹੋ ਸਕਦੇ। ਬਾਲਕ ਵਾਂਗ ਬਣੋ। ਮਸੀਹ ਵਿੱਚ ਮੇਰੇ ਭਰਾਓ ਤੇ ਭੈਣੋ, ਕਿਸੇ ਨੇ ਸਹੀ ਕਹਾ, ਇਸ ਸੰਸਾਰ ਵਿੱਚ ਹਰ ਇੱਕ ਨੂੰ ਆਪਣੇ ਗਿਆਨ ਤੇ ਘਮੰਡ ਹੈ। ਇਹ ਸੱਚਾਈ ਹੈ। ਇਸ ਸੰਸਾਰ ਵਿੱਚ ਹਰ ਇੱਕ ਨੂੰ ਆਪਣੇ ਗਿਆਨ ਤੇ ਘਮੰਡ ਹੈ, ਪਰ ਕਿਸੇ ਨੂੰ ਵੀ ਆਪਣੇ ਘਮੰਡ ਦਾ ਗਿਆਨ ਨਹੀਂ ਹੈ। ਇਸ ਸੰਸਾਰ ਵਿੱਚ ਹਰ ਇੱਕ ਨੂੰ ਆਪਣੇ ਗਿਆਨ ਤੇ ਘਮੰਡ ਹੈ, ਪਰ ਕਿਸੇ ਨੂੰ ਵੀ ਆਪਣੇ ਘਮੰਡ ਦਾ ਗਿਆਨ ਨਹੀਂ ਹੈ। ਘਮੰਡ ਅਤੇ ਇਨਸਾਨ ਦਾ ਫੇਟ, ਜਦੋਂ ਇਹ ਦੋਵੇਂ ਵੱਧਦੇ ਹਨ ਤਦ ਬੰਦਾ ਚਾਹੁੰਦਿਆਂ ਵੀ ਉਹ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ। ਜਿਸ इंसान का पेट वटा है, जिस इंसान की है घमंड है, वो इंसान किसी ने कभी भी गले नहीं लगा सकता। जिस तरह नींबू दे रस की एक बूंद हजारों लीटर दूध ਨੂੰ खराब या नाश कर देती है, उसी तरह मन का घमंड या हंकार भी चंगे भले रिश्तियां ਨੂੰ भी नाश कर ਦਿੰਦੇ ਹੈ। ਇਹ ਸੱਚਾਈ ਹੈ। ਤਾਂ ਪ੍ਰਭੂ ਅੱਜ ਸਾਨੂੰ ਯਾਦ ਦਿਲਾਉਂਦੇ ਨੇ, ਤੁਸੀਂ ਛੋਟੇ ਬੱਚਿਆਂ ਵਾਂਗ ਬਣੋ। ਜੇ ਤੁਸੀਂ ਸੁਰਗਰਾਜ ਵਿੱਚ ਦਾਖਲ ਹੋਣਾ ਚਾਹੁੰਦੇ ਹੋ, ਕੀ ਬਣੋ? ਆਪਣੇ ਆਪ ਨੂੰ ਛੋਟਾ ਸਮਝੋ, ਬੱਚਿਆਂ ਵਾਂਗ ਬਣੋ, ਤਾਂ ਤੁਸੀਂ ਸੁਰਗਰਾਜ ਵਿੱਚ ਦਾਖਲ ਹੋ ਸਕਦੇ ਹੋ। ਅਸੀਂ ਸਾਰੇ ਹਮੇਸ਼ਾ ਘਮੰਡ ਕਰਦੇ ਹਾਂ। ਕਿਉਂ ਘਮੰਡ ਕਰੀਏ ਅਸੀਂ? ਅੱਜ ਸੰਸਾਰ ਵਿੱਚ ਕੀ ਲੈ ਕੇ ਆਇਆ? ਜਿਸ ਤਰ੍ਹਾਂ ਅਯੂਬ ਨੇ ਕਿਹਾ, ਕੁਛ ਲੈ ਕੇ ਨਹੀਂ ਆਇਆ ਮੈਂ, जानते हुए मैं कुछ लेके नहीं जावांगा। जो वक्त समा जिंदगी परमेश्वर ने दी है, वो जिंदगी ਨੂੰ ਚੰਗੀ ਤਰ੍ਹਾਂ ਅਸੀਂ ਜੀਣਾ ਸਿੱਖੀਏ। ਦੂਜੇ ਲੋਕਾਂ ਦੇ ਨਾਲ ਚੰਗਾ ਵਰਤਾਵ ਕਰੀਏ, ਦੂਜੇ ਲੋਕਾਂ ਨੂੰ ਪਿਆਰ ਕਰੀਏ, ਦੂਜੇ ਲੋਕਾਂ ਦੀ ਸੇਵਾ ਵਿੱਚ ਅਸੀਂ ਲੱਗੇ ਰਹੀਏ। ਅਸੀਂ ਕਿਉਂ ਘਮੰਡ ਕਰੀਏ? ਜੋ ਲੋਕ ਅਧਿਕਾਰ ਵਿੱਚ ਹੈ ਉਹਨਾਂ ਨੂੰ ਵੀ ਘਮੰਡ ਨਹੀਂ ਕਰਨਾ ਚਾਹੀਦਾ ਹੈ। सेवा भाव ਦੇ ਨਾਲ सेवा करना ਚਾਹੀਦਾ ਹੈ। ਜਿਸ ਤਰ੍ਹਾਂ ਪ੍ਰਭੂ ਨੇ ਆਖਿਆ, मैं सेवा कराउन नहीं सको, मैं सेवा करन ले आया हम। अजकल ऐसे देखते हम राजनीति विच या धर्म विच देखते हम जो अधिकारी हैं वो घमंड विच रहंदे ने, अते वो उन्हें पता है उन्हें कोल की है, उन्हें अधिकार है, ताकत है, पैसा है, वो जो कुछ चाहते ने वो कर सकते नहीं। पर परमेश्वर पता है, परमेश्वर यही जगह लोकन की करेगा, एक दिन अर्श तो उन्हों फर्श ते सुट देगा। हालेलुया, 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 हालेलुया। इंसान अज उस मुकाम च है, अर्श विच है, परमेश्वर उसनो एक दिन इस फर्श ते सुट देगा। तो असी क्यों घमंड करिए? असी की कुछ लेके आया? कुछ लेके नहीं आया। अब असी परमेश्वर की प्रार्थना करिए, दुआ करिए, प्रभु मेरे दिमाग तो ये घमंड नु निकाल दे, मेरे दिल नु, दिमाग नु, मेरे मन नु अपने प्यार नाल, अपने दया नाल, अनकंपा नाल भर दे। मैं संसार ਵਿੱਚ ਰਹਿੰਦੇ ਹੋਏ थोड़े लोगों की सेवा कर सका, लोगों ने प्यार कर सका, अद हमेशा ये पाक ਅਤੇ नेक जिंदगी व्यतीत कर सका। मसीहा कर ले परवान, अर्पण करा में रुचि समझा। प्यारे मसीहा कर ले परवान, अर्पण करा में रुचि समझा। मर्जी मैं तेरी करा सदा, जीवन पर अपना राह दिखा।
जीवन पर अपना राह दिखा। भूलना ना फिर मैं तेरा कलाम, अर्पण करा मैं रोजे समझा। प्यारे मसीहा कर ले परवान, अर्पण करा मैं रोजे समझा। अर्पण करा मैं रोजी समझा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਪੂਰੀ ਵਿਦਤ ਵਾਲਾ ਖੁਦਾ ਸਾਡਾ ਬਾਪ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਨਾਲੇ ਸਾਡੇ ਨਾਲੇ ਪਵਿੱਤਰ ਕਲੀਸਿਆ ਦੇ ਲਾਭ ਲਈ ਕਬੂਲ ਕਰੇ। हे दयालु खुदा, ਕਿਰਪਾ ਕਰਕੇ ਸਾਡੇ ਇਸ ਨਜ਼ਰਾਨੇ ਨੂੰ ਪ੍ਰਵਾਨ ਕਰ ਅਤੇ ਇਸ ਦੇ ਰਾਹੀਂ ਸਾਡੇ ਲਈ ਆਸ਼ੀਸ਼ ਅਤੇ ਮੁਕਤੀ ਦਾ ਦੁਆਰ ਖੋਲ੍ਹ ਦੇ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਰੱਬ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪਣੇ ਰੱਬ ਨੂੰ ਚੜਾਈਏ। ਅਸੀਂ ਆਪਣਾ ਦਿਲ ਰੱਬ ਨੂੰ ਚੜਾਉਂਦੇ ਹਾਂ। ਅਸੀਂ ਆਪਣੇ ਰੱਬ ਖੁਦਾ ਦਾ ਧੰਨਵਾਦ ਕਰੀਏ। ਇਹ ਯੋਗ ਅਤੇ ਯੋਗ ਹੈ। हे पवित्र बाप, सर्वशक्तिमान ਅਤੇ ਅਕਾਲ ਖੁਦਾ, ਇਹ ਸੱਚਮੁੱਚ ਉਚਿਤ ਹੈ ਅਤੇ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਤਾਂ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੂੰ ਯਿਸੂ ਮਸੀਹ ਵਿੱਚ ਸਭ ਕੁਝ ਨੂੰ ਨਵੀਨ ਬਣਾਇਆ ਅਤੇ ਸਾਨੂੰ ਉਸ ਦੀ ਭਰਪੂਰਤਾ ਦੇ ਭਾਗੀ ਬਣਾਇਆ। ਭਾਵੇਂ ਉਹ ਖੁਦਾ ਹੈ ਤਾਂ ਹੀ ਉਸਨੇ ਆਪਣੀ ਖੁਦਾਈ ਸ਼ਾਨ ਤਿਆਗ ਕੇ ਆਪਣੇ ਆਪ ਨੂੰ ਨਿਮਾਣਾ ਬਣਾਇਆ। ਸਾਲਿਬ ਤੇ ਕੁਰਬਾਨ ਹੋ ਕੇ ਉਸਨੇ ਆਪਣੇ ਲਹੂ ਦੀ ਕੀਮਤ ਨਾਲ ਦੁਨੀਆ ਵਿੱਚ ਸ਼ਾਂਤੀ ਲਿਆਂਦੀ। ਇਸ ਤਰ੍ਹਾਂ ਉਹ ਸਭ ਸ੍ਰਿਸ਼ਟੀ ਤੋਂ ਉੱਚਾ ਕੀਤਾ ਗਿਆ ਅਤੇ ਉਹ ਆਪ ਸਾਡੇ ਲਈ ਸਦੀ ਵਿੱਚ ਜੀਵਨ ਦਾ ਕਾਰਨ ਅਤੇ ਸੋਮਾ ਬਣ ਗਿਆ। ਇਸ ਲਈ ਅਸੀਂ ਸਵਰਗ ਦੇ ਫਰਿਸ਼ਤਿਆਂ ਦੀ ਮੰਡਲੀ ਨਾਲ ਰਲ ਕੇ ਤੇਰੇ ਸ਼ਾਨ ਦੀ ਵਡਿਆਈ ਕਰਦੇ ਹੋਏ ਉਹਨਾਂ ਦੀ ਆਨੰਦ ਖੁਸ਼ੀ ਦਾ ਗੀਤ ਗਾਉਂਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੀ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਾਨਾ। ए प्रभु खुदा, तो सचमुच पवित्र है, तू ही सब पवित्रता ਦਾ स्रोत है। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੇ ਰੂਪ ਆਖ ਨੂੰ ਭੇਜ ਕੇ ਇਸ ਨਜ਼ਰਾਨੇ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਪ੍ਰਭੂ ਯਿਸੂ ਮਸੀਹ ਦਾ ਸਰੀਰ ਅਤੇ ਲਹੂ ਬਣ ਜਾਵੇ। ਜਿਸ ਰਾਤ ਨੂੰ ਯਿਸੂ ਆਪਣੀ ਇੱਛਾ ਅਨੁਸਾਰ ਮੌਤ ਲਈ ਸੌਂਪ ਦਿੱਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕੀਤਾ। ਉਸਨੇ ਰੋਟੀ ਤੋੜੀ, ਉਸ ਨੂੰ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਆਖਿਆ, ਤੁਸੀਂ ਸਾਰੇ ਇਹ ਲਵੋ ਅਤੇ ਖਾਓ। ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਅਰਪਣ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਤੇ ਵਡਿਆਈ ਕੀਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਅਤੇ ਆਖਿਆ, ਤੁਸੀਂ ਸਾਰੇ ਇਹ ਲਵੋ ਅਤੇ ਪੀਓ। ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਸਾਰਿਆਂ ਦੇ ਪਾਪਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ਅਸੀਂ ਆਪਣੇ ਈਮਾਨ ਦੇ ਭੇਦ ਦਾ ਐਲਾਨ ਕਰੀਏ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। हे ਪ੍ਰਭੂ ਖੁਦਾ, ਪ੍ਰਭੂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦ ਵਿੱਚ ਅਸੀਂ ਇਹ ਜੀਵਨਦਾਇਕ ਰੋਟੀ ਅਤੇ ਮੁਕਤੀਕਾਰੀ ਪਿਆਲਾ ਤੈਨੂੰ ਪੇਸ਼ ਕਰਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੇ ਹਜ਼ੂਰ ਵਿੱਚ ਖਲੋ ਕੇ ਤੇਰੀ ਸੇਵਾ ਕਰੀਏ। ਤੇਰੇ ਅੱਗੇ ਸਾਡੀ ਇਹ ਬੇਨਤੀ ਹੈ ਕਿ ਅਸੀਂ ਜਿਹੜੇ ਯਿਸੂ ਮਸੀਹ ਦਾ ਸਰੀਰ ਅਤੇ ਲਹੂ ਗ੍ਰਹਿਣ ਕਰਦੇ ਹਾਂ, ਰੂਹ ਪਾਕ ਤੇਰਾ ਏਕਤਾ ਵਿੱਚ ਬੰਨੇ ਰਹੀਏ। हे ਪ੍ਰਭੂ ਖੁਦਾ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਇਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਇਗਨੇਸ਼ੀਅਸ ਅਤੇ ਸਾਰੇ ਫਾਦਰ ਸਾਹਿਬਾਨ ਨਾਲ ਪਿਆਰ ਵਿੱਚ ਇਕੱਠੇ ਰੱਖ। ਆਓ ਅਸੀਂ ਥੋੜ੍ਹੀ ਦੇਰ ਮੌਨ ਵਿੱਚ ਅਸੀਂ ਆਪਣੇ ਨਿੱਜੀ ਲੋੜਾਂ ਦੇ ਲਈ, ਜ਼ਰੂਰਤਾਂ ਦੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੀਏ। ਇਹ ਤਰਸਮੰਦ ਬਾਪ, ਸਾਡੇ ਭੈਣ ਭਰਾਵਾਂ ਨੂੰ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਮਰ ਗਏ ਹਨ। ਉਹਨਾਂ ਨੂੰ ਅਤੇ ਸਾਰੇ ਮਰੇ ਹੋਏ ਲੋਕਾਂ ਨੂੰ ਆਪਣੇ ਹਜ਼ੂਰ ਦੇ ਚਾਨਣ ਵਿੱਚ ਆ ਪਹੁੰਚਣ ਦੀ ਕਿਰਪਾ ਕਰ। ਸਾਡੇ ਸਾਰਿਆਂ ਉੱਤੇ ਵੀ ਦਇਆ ਕਰ ਅਤੇ ਸਾਨੂੰ ਪਵਿੱਤਰ ਕੁਵਾਰੀ ਮਰੀਮ ਖੁਦਾ ਦੀ ਮਾਂ, ਰਸੂਲਾਂ ਅਤੇ ਸਾਰੇ ਸੰਤਾਂ ਨਾਲ ਸਦੀਵੀ ਜੀਵਨ ਦੇ ਭਾਗੀ ਹੋਣ ਦੇ, ਜਿਹੜੇ ਯੁਗ ਯੁਗ ਤੇਰੀ ਮਰਜ਼ੀ ਨੂੰ ਪੂਰਾ ਕਰਦੇ ਹਨ। ਕਿਰਪਾ ਕਰਕੇ ਸਾਨੂੰ ਵਰਦਾਨ ਬਖਸ਼ ਕਿ ਅਸੀਂ ਵੀ ਉਹਨਾਂ ਸਾਰਿਆਂ ਦੇ ਨਾਲ ਆਪਣੇ ਪ੍ਰਭੂ ਮਸੀਹ ਦੇ ਰਾਹੀਂ ਤੇਰੀ ਪ੍ਰਸ਼ੰਸਾ ਅਤੇ ਵਡਿਆਈ ਕਰੀਏ। ਉਸੇ ਮਸੀਹ ਦੇ ਰਾਹੀਂ, ਉਸ ਦੇ ਨਾਲ, ਉਸ ਦੇ ਵਿੱਚ ਤੈਨੂੰ ਇਹ ਸਰਵ ਸ਼ਕਤੀਮਾਨ ਬਾਪ, ਰੂਹ ਪਾਕ ਸਨੇਕ ਖੁਦਾ, ਸਭ ਉਸਤਤ ਵਡਿਆਈ ਦਿੱਤੀ ਜਾਂਦੀ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਸਾਰੇ ਮਿਲ ਕੇ ਖੁਦਾ ਬਾਪ ਦੇ ਅੱਗੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਵੇਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬਦੀ ਤੋਂ ਬਚਾ। ਆਮੀਨ। हे ਪ੍ਰਭੂ ਖੁਦਾ, ਕਿਰਪਾ ਕਰਕੇ ਸਾਨੂੰ ਸਭ ਬੁਰਾਈ ਤੋਂ ਮੁਕਤ ਕਰ ਅਤੇ ਸਾਡੀ ਜ਼ਿੰਦਗੀ ਵਿੱਚ ਸਾਨੂੰ ਸ਼ਾਂਤੀ ਦੇ। ਆਪਣੀ ਤਰਸ ਦੀ ਸਹਾਇਤਾ ਨਾਲ ਸਾਨੂੰ ਸਦਾ ਪਾਪ ਤੋਂ ਦੂਰ ਰੱਖ ਅਤੇ ਹਰ ਵਿਪਤਾ ਤੋਂ ਸੁਰੱਖਿਅਤ ਰੱਖ, ਜਿਵੇਂ ਅਸੀਂ ਉਸ ਦਿਨ ਦੀ ਉਡੀਕ ਹਮੇਸ਼ਾ ਕਰਦੇ ਹਾਂ ਜਦੋਂ ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਫਿਰ ਪ੍ਰਗਟ ਹੋ ਕੇ ਸਾਡੀ ਖੁਸ਼ੀਆਂ ਭਰੀ ਆਸ ਪੂਰੀ ਕਰੇਗਾ। ਕਿਉਂ ਜੋ ਰਾਜ, ਕੁਦਰਤ ਤੇ ਪ੍ਰਤਾਪ ਜੁਗ ਜੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ, ਤੂੰ ਆਪਣੇ ਰਸੂਲਾਂ ਨੂੰ ਕਿਹਾ, ਮੈਂ ਤੁਹਾਡੇ ਲਈ ਸ਼ਾਂਤੀ ਪ੍ਰਦਾਨ ਕਰਦਾ ਹਾਂ, ਮੈਂ ਆਪਣੀ ਸ਼ਾਂਤੀ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਪਾਪਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਸਾਨੂੰ ਆਪਣੇ ਰਾਜ ਦੀ ਸ਼ਾਂਤੀ ਅਤੇ ਏਕਤਾ ਦੇ, ਜਿੱਥੇ ਤੂੰ ਜਿਉਂਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਹਮੇਸ਼ਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। ਸ਼ਾਂਤੀ। ਐ ਲੀਲੇ ਖੁਦਾ ਦੇ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ, ਇਹ ਖੁਦਾ ਦਾ ਲੇਲਾ ਹੈ ਜਿਹੜਾ ਸੰਸਾਰ ਦੇ ਪਾਪ ਚੁੱਕ ਲੈਂਦਾ ਹੈ। ਧੰਨ ਉਹ ਜਿਹੜੇ ਪ੍ਰਭੂ ਦੇ ਇਸ ਭੋਜਨ ਤੇ ਸੱਦੇ ਗਏ ਹਨ। ਐ ਰੱਬਾ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ।
ਮਸੀਹ ਮੈਂ ਅੰਗੂਰ ਦਾ ਬੂਟਾ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਤੁਸੀਂ ਹੋ ਮੇਰੀਆਂ ਟਾਹਣੀਆਂ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ। ਜਿਹੜੀਆਂ ਟਾਹਣੀਆਂ ਫਲ ਨਾ ਦੇਂਦੀਆਂ, ਜਿਹੜੀਆਂ ਟਾਹਣੀਆਂ ਫਲ ਨਾ ਦੇਂਦੀਆਂ, ਸੜ ਕੇ ਸਵਾ ਹੋ ਜਾਣੀਆਂ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਤੁਸੀਂ ਹੋ ਮੇਰੀਆਂ ਟਾਹਣੀਆਂ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ। ਬੰਦਿਆ ਕੰਮਾਂ ਤੋਂ ਪਛਾਣਿਆ ਤੂੰ ਜਾਨਾ ਏ, ਬੰਦਿਆ ਕੰਮਾਂ ਤੋਂ ਪਛਾਣਿਆ ਤੂੰ ਜਾਨਾ ਏ। ਮਨ ਵਿੱਚ ਭਰਿਆ ਜੋ ਲੱਭਾਂ ਤੇ ਲਿਆਉਂਦਾ ਏ, ਮਨ ਵਿੱਚ ਭਰਿਆ ਜੋ ਲੱਭਾਂ ਤੇ ਲਿਆਉਂਦਾ ਏ, ਬੋਲ ਤੇਰੇ ਤਸਵੀਰ ਨੇ ਤੇਰੀ, ਬੋਲ ਤੇਰੇ ਤਸਵੀਰ ਨੇ ਤੇਰੀ, ਸਮਝ ਕੇ ਬੋਲ ਤੂੰ ਬਾਣੀਆਂ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਤੁਸੀਂ ਹੋ ਮੇਰੀਆਂ ਟਾਹਣੀਆਂ, ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ। ਅਸੀਂ ਪ੍ਰਾਰਥਨਾ ਕਰੀਏ। ਹੇ ਪ੍ਰਭੂ, ਇਸ ਪਵਿੱਤਰ ਕੁਰਬਾਨੀ ਵਿੱਚ ਅਸੀਂ ਤੇਰੇ ਬੇਟੇ ਦੀ ਮੌਤ ਦੀ ਯਾਦ ਕਰਦੇ ਹਾਂ। ਇਸ ਦੇ ਰਾਹੀਂ ਤੂੰ ਸਾਨੂੰ ਸਦੀ ਵੀ ਮੁਕਤੀ ਉਤੇ ਪਹੁੰਚਣ ਦੇ ਅਤੇ ਸਾਨੂੰ ਯਿਸੂ ਮਸੀਹ ਦੇ ਨਾਲ ਉਸ ਦੀ ਸ਼ਾਨ ਦੇ ਭਾਗੀ ਬਣਾ, ਜਿੱਥੇ ਉਹ ਪ੍ਰਭੂ ਹੋ ਕੇ ਜਿਉਂਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਰੱਬ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ। ਪ੍ਰਭੂ ਦੀ ਸ਼ਾਨ ਦੇ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਈਏ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨੱਸੀ ਆਉਂਦੀ ਹਾਂ, ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣੀ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਮਾਂ ਮਰੀਮ ਪਰਿਵਾਰ ਦੀ ਰਾਣੀ, ਸਾਡੇ ਲਈ ਦੁਆ ਕਰ। ਸੰਤ ਮਦਰ ਤਰੇਸਾ, ਸਾਡੇ ਲਈ ਦੁਆ ਕਰ। sa 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 ni re sa 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 ni re sa 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 ni re sa ga sa ni da ba da ni re 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 sa ga re sa ga re sa ga re pa ma ga re sa 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 ni re sa 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 ni re sa 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 ni re sa ga sa ni da pa da ni re re sa ga re sa ga re sa ga re pa ma ga re sa pa da ma pa sa ni re sa ni da ni pa ma ga ma dha pa pa da ma pa sa ni re sa ni da ni pa ma ga ma dha pa ga pa ma ga re sa pa ma ga pa ga pa ma ga re sa ga pa ma ga re sa ਸਾਰੇ ਵਿੱਚ ਅਸਮਾਨ
आसमान, मुबारक कुंवारी मरियम, दी होवे महिमा। मुबारक कुंवारी मरियम, दी होवे महिमा। सलाम 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 मेरा रानी, सलाम 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 मरियम। सलाम 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 रानी, सलाम 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 मरियम। खुदावंद तेरे नाल है, फजला नाल परी तू, तन पुत्र है यीशु, और तवी चो तन तू। पदनी सगा गरे रे पासा नी दा पा, खुदावंदी तेरे नाल है, फजला नाल परी तू, तन पुत्र है यीशु,